ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਇੰਸ ਅਤੇ ਮੈਥ ਦੇ ਰਿਡਿਊਸਡ ਸਿਲੇਬਸ ਬਾਰੇ ਗੱਲ ਕਰਾਂਗੇ। ਜੇ ਆਪਾਂ ਕਹੀਏ ਜੋ ਸਿਲੇਬਸ ਕੱਟ ਦਿੱਤਾ ਗਿਆ ਹੁਣ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਉਸ ਬਾਰੇ ਗੱਲ ਕਰਾਂਗੇ। ਪਹਿਲਾਂ ਆਪਾਂ ਵਿਗਿਆਨ ਦੀ ਗੱਲ ਕਰਦੇ ਹਾਂ, ਸਾਇੰਸ ਦੀ। ਪਹਿਲੇ ਚੈਪਟਰ ਤੋਂ ਪਹਿਲਾ ਚੈਪਟਰ ਹੈ ਆਪਣਾ ਸਾਇੰਸ ਦੇ ਵਿੱਚ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਇਹਦੇ ਵਿੱਚ ਕੋਈ ਬਦਲਾਅ ਨਹੀਂ ਹੈ, ਇਹ ਸਾਰਾ ਚੈਪਟਰ ਪਹਿਲਾਂ ਵਾਂਗ ਹੀ ਆਪਾਂ ਕਰਨਾ ਜਿਵੇਂ ਪਹਿਲਾਂ ਕਰਨਾ ਸੀ। ਇਹਦੇ ਵਿੱਚ ਕੁਛ ਵੀ ਨਹੀਂ ਕੱਟਿਆ ਗਿਆ। ਦੂਜਾ ਚੈਪਟਰ ਤੇਜ਼ਾਬ ਖਾਰ ਅਤੇ ਲੂਣ, ਇਹਦੇ ਵਿੱਚ ਵੀ ਕੋਈ ਬਦਲਾਅ ਨਹੀਂ ਹੈ। ਤੀਜਾ ਚੈਪਟਰ ਧਾਤਾਂ ਅਤੇ ਅਧਾਤਾਂ, ਇਹਦੇ ਵਿੱਚ ਬਦਲਾਅ ਹੈ। ਇਸ ਚੈਪਟਰ ਦੇ ਵਿੱਚੋਂ ਬੇਟਾ ਧਾਤਾਂ ਦਾ ਨਿਸ਼ਕਰਸ਼ਣ, ਖੋਰ ਅਤੇ ਖੋਰ ਤੋਂ ਸੁਰੱਖਿਆ, ਇਹ ਤਿੰਨੇ ਟੌਪਿਕ ਆ ਜਿਹੜੇ ਉਹ ਕੱਟ ਦਿੱਤੇ ਗਏ ਨੇ। ਅਤੇ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਨੇ ਉਹ ਤੁਸੀਂ ਨਹੀਂ ਕਰਨੇ, ਕਿਉਂਕਿ ਇਹ ਸਿਲੇਬਸ ਦੇ ਵਿੱਚ ਆਪਣੇ ਫਿਲਹਾਲ ਨਹੀਂ ਹੈ। ਉਦੋਂ ਅੱਗੇ ਆਪਣਾ ਚੌਥਾ ਚੈਪਟਰ ਕਾਰਬਨ ਅਤੇ ਉਸ ਦੇ ਯੌਗਿਕ, ਇਹ ਚੈਪਟਰ ਲਗਭਗ ਸਾਰੇ ਵਾਂਗੂ ਹੀ ਕੱਟ ਦਿੱਤਾ ਗਿਆ। ਬਹੁਤ ਕੁਛ ਇਸ ਚੈਪਟਰ ਦਾ ਕੱਟ ਦਿੱਤਾ ਗਿਆ, ਠੀਕ ਹੈ। ਇਹਦੇ ਵਿੱਚ ਕਾਰਬਨ ਯੌਗਿਕਾਂ ਦਾ ਨਾਮਕਰਨ, ਸੰਤ੍ਰਿਪਤ ਅਸੰਤ੍ਰਿਪਤ ਹਾਈਡਰੋਕਾਰਬਨਾਂ ਵਿੱਚ ਅੰਤਰ, ਕਾਰਬਨ ਯੌਗਿਕ ਦੇ ਰਸਾਇਣਿਕ ਗੁਣ, ਇਥਾਨੋਇਕ ਤੇਜ਼ਾਬ, ਸਾਬਣ ਅਤੇ ਮੈਲ ਨਿਵਾਰਕ, ਇਹ ਸਾਰੇ ਟੌਪਿਕ ਆ ਜਿਹੜੇ ਇਸ ਚੈਪਟਰ ਦੇ ਵਿੱਚੋਂ ਕੱਟ ਦਿੱਤੇ ਗਏ ਨੇ। ਬਹੁਤ ਥੋੜ੍ਹਾ ਜਿਹਾ ਪਾਰਟ ਇਸ ਚੈਪਟਰ ਦਾ ਹੁਣ ਰਹਿ ਗਿਆ ਜੋ ਆਪਾਂ ਕਰਨਾ ਹੈ। ਆਹ ਜੋ ਹੈਗਾ ਟੌਪਿਕ ਇਹ ਸਾਇੰਸ ਦੀ ਬੁੱਕ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ, ਇਹ ਸਿਲੇਬਸ ਦੇ ਵਿੱਚ ਨਹੀਂ ਹੈਗੇ। ਅਤੇ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਆਪਣੇ ਅਭਿਆਸ ਦੇ ਨੇ ਜਾਂ ਚੈਪਟਰ ਦੇ ਵਿੱਚ ਨੇ ਉਹ ਤੁਸੀਂ ਨਹੀਂ ਕਰਨੇ, ਠੀਕ ਹੈ ਬੇਟਾ। ਅੱਗੇ ਤੱਤਾਂ ਦਾ ਆਵਰਤੀ ਵਰਗੀਕਰਨ, ਜੈਵਿਕ ਪ੍ਰਕਿਰਿਆਵਾਂ ਚੈਪਟਰ, ਇਹ ਦੋਨੇ ਐਜ਼ ਇਟ ਇਜ਼ ਨੇ, ਇਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਅਤੇ ਅਗਲਾ ਚੈਪਟਰ ਆਪਣਾ ਕਾਬੂ ਅਤੇ ਤਾਲਮੇਲ, ਇਹ ਪੂਰਾ ਚੈਪਟਰ ਆ ਜਿਹੜਾ ਕੱਟ ਦਿੱਤਾ ਗਿਆ। ਇਸ ਪੂਰੇ ਚੈਪਟਰ ਦੇ ਵਿੱਚੋਂ ਫਾਈਨਲ ਪ੍ਰੀਖਿਆ ਦੇ ਵਿੱਚ ਕੋਈ ਵੀ ਪ੍ਰਸ਼ਨ ਨਹੀਂ ਪੁੱਛਿਆ ਜਾਏਗਾ, ਇਹ ਤੁਸੀਂ ਨਹੀਂ ਕਰਨਾ, ਇਹ ਪੂਰਾ ਚੈਪਟਰ ਕੱਟ ਦਿੱਤਾ ਗਿਆ। ਦੋ ਅੱਗੇ ਜੀਵ ਪ੍ਰਜਨਨ ਕਿਵੇਂ ਕਰਦੇ ਹਨ, ਇਸ ਚੈਪਟਰ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਇਹ ਸਾਰਾ ਚੈਪਟਰ ਤੁਹਾਨੂੰ ਆਏਗਾ ਪੇਪਰ ਦੇ ਵਿੱਚ ਪੁੱਛਿਆ ਜਾਏਗਾ। ਅੱਗੇ ਅਨੁਵੰਸ਼ਿਕਤਾ ਅਤੇ ਜੀਵ ਵਿਕਾਸ ਆ ਜਿਹੜਾ ਉਹ ਇਸ ਚੈਪਟਰ ਦੇ ਵਿੱਚੋਂ ਕੱਟ ਦਿੱਤਾ ਗਿਆ। ਜੋ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਉਹ ਸਿਰਫ ਅਨੁਵੰਸ਼ਿਕਤਾ ਨਾਲ ਸੰਬੰਧਿਤ ਹੀ ਪੁੱਛੇ ਜਾਣਗੇ। ਉਦੋਂ ਅੱਗੇ ਤਾਂ 10ਵਾਂ ਚੈਪਟਰ ਹੈ ਪ੍ਰਕਾਸ਼ ਦਾ ਪਰਿਵਰਤਨ ਅਤੇ ਪਵਰਤਨ, ਇਹਦੇ ਵਿੱਚੋਂ ਗੋਲਾਕਾਰ ਦਰਪਣ ਅਤੇ ਲੈਂਜ ਦੇ ਉਪਯੋਗ ਨੇ, ਜੋ ਗੋਲਾਕਾਰ ਦਰਪਣ ਅਤੇ ਲੈਂਜ ਦੇ ਉਪਯੋਗ ਇਹ ਸਿਲੇਬਸ ਦੇ ਵਿੱਚ ਨਹੀਂ ਹਨ। ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਨੇ ਉਹ ਤੁਸੀਂ ਨਹੀਂ ਕਰਨੇ। ਅਗਲਾ ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ, ਇਸ ਦੇ ਵਿੱਚੋਂ ਮਨੁੱਖੀ ਅੱਖ ਹੈ ਦੇ ਜਿਹੜੇ ਦ੍ਰਿਸ਼ਟੀ ਦੋਸ਼ ਨੇ, ਨਿਕਟ ਦ੍ਰਿਸ਼ਟੀ ਦੋਸ਼, ਦੂਰ ਦ੍ਰਿਸ਼ਟੀ ਦੋਸ਼ ਜਾਂ ਜਿੰਨੇ ਵੀ ਨੇ, ਅਤੇ ਉਹਨਾਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਉਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਉਹ ਸਿਲੇਬਸ ਦੇ ਵਿੱਚੋਂ ਕੱਟ ਦਿੱਤਾ ਗਿਆ। ਉਦੋਂ ਅਗਲਾ ਚੈਪਟਰ ਬਿਜਲੀ, ਇਸ ਦੇ ਵਿੱਚ ਕੋਈ ਬਦਲਾਅ ਨਹੀਂ, ਇਹ ਸਾਰਾ ਚੈਪਟਰ ਆਪਾਂ ਨੇ ਕਰਨਾ, ਇਹਦੇ ਵਿੱਚੋਂ ਕੁਛ ਵੀ ਕੱਟਿਆ ਨਹੀਂ ਗਿਆ। ਉਦੋਂ ਅੱਗੇ ਚੈਪਟਰ ਹੈ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ, ਇਹਦੇ ਵਿੱਚੋਂ ਬਿਜਲੀ ਜਨਰੇਟਰ, ਸਿੱਧੀ ਧਾਰਾ, ਪਰਤਵੀਂ ਧਾਰਾ, AC ਅਤੇ DC ਕਰੰਟ, ਪਰਤਵੀਂ ਧਾਰਾ ਦੀ ਵਰਤੀ, ਫਰੀਕੁਐਂਸੀ ਆਫ ਡਾਇਰੈਕਟ ਕਰੰਟ, ਘਰੇਲੂ ਬਿਜਲੀ ਸਰਕਟ, ਇਹ ਸਾਰੇ ਟੌਪਿਕ ਆ ਜਿਹੜੇ ਉਹ ਕੱਟ ਦਿੱਤੇ ਗਏ ਨੇ। ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਨੇ ਉਹ ਤੁਸੀਂ ਨਹੀਂ ਕਰਨੇ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਅੱਗੇ ਹੈ ਆਪਣਾ ਊਰਜਾ ਦੇ ਸੋਮੇ, ਇਹ ਪੂਰਾ ਚੈਪਟਰ ਕੱਟ ਦਿੱਤਾ ਗਿਆ ਹੈ। ਇਸ ਚੈਪਟਰ ਦੇ ਵਿੱਚੋਂ ਕੋਈ ਵੀ ਪ੍ਰਸ਼ਨ ਫਾਈਨਲ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਏਗਾ। ਉਦੋਂ ਅੱਗੇ ਸਾਡਾ ਵਾਤਾਵਰਨ ਚੈਪਟਰ, ਇਹਦੇ ਵਿੱਚ ਕੋਈ ਬਦਲਾਅ ਨਹੀਂ, ਇਹ ਪੇਪਰ ਦੇ ਵਿੱਚ ਆਏਗਾ, ਸਾਰਾ ਚੈਪਟਰ ਆਪਾਂ ਕਰਨਾ ਹੈ। ਲਾਸਟ ਚੈਪਟਰ ਕੁਦਰਤੀ ਸਾਧਨਾਂ ਦਾ ਪ੍ਰਬੰਧ, ਇਹ ਪੂਰਾ ਚੈਪਟਰ ਆ ਜਿਹੜਾ ਉਹ ਕੱਟ ਦਿੱਤਾ ਗਿਆ, ਇਹਦੇ ਵਿੱਚੋਂ ਕੋਈ ਵੀ ਕੁਐਸਚਨ ਆ ਜਿਹੜਾ ਉਹ ਨਹੀਂ ਪੁੱਛਿਆ ਜਾਏਗਾ। ਹੁਣ ਆਪਾਂ ਬਲੂ ਪ੍ਰਿੰਟ ਦੇਖਦੇ ਹਾਂ ਬੇਟਾ ਵੀ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਕੰਮ ਆਏਗਾ ਅਤੇ ਕਿੰਨੇ ਨੰਬਰ 'ਤੇ ਕੁਐਸਚਨ ਆ ਜਿਹੜੇ ਉਹ ਆਪਾਂ ਨੂੰ ਪੁੱਛੇ ਜਾਣਗੇ। ਕੁੱਲ ਅੰਕ ਆ ਜਿਹੜੇ ਆਪਣੇ 33 ਹੋਣਗੇ ਸਾਇੰਸ ਦੇ, 80 ਕੁੱਲ ਲਿਖਤੀ ਅੰਕ 80 ਅੰਕ ਹੋਣਗੇ। ਅਤੇ ਅੰਤਰਿਕ ਮੁਲਾਂਕਣ ਜਾਂ CCE ਇਹ ਤੁਹਾਡੇ 20 ਅੰਕਾਂ ਦੀ ਹੋਏਗੀ। ਇਸ ਵਾਰ ਪ੍ਰੈਕਟੀਕਲ ਆ ਜਿਹੜਾ ਨਹੀਂ ਲਿਆ ਜਾਏਗਾ, ਕੁੱਲ ਅੰਕ 100 ਹੋਣਗੇ, ਠੀਕ ਹੈ ਬੇਟਾ। ਅੱਗੇ ਜਿਹੜੇ ਪਹਿਲੇ 30 ਕੁਐਸਚਨ ਹੋਣਗੇ ਉਹ ਬਹੁ ਵਿਕਲਪੀ ਕੁਐਸਚਨ ਹੋਣਗੇ ਅਤੇ ਹਰੇਕ ਪ੍ਰਸ਼ਨ ਦਾ ਤੁਹਾਨੂੰ ਇੱਕ ਅੰਕ ਮਿਲ ਜਾਏਗਾ। ਅੱਗੇ 2 ਤੋਂ ਲੈ ਕੇ 11 ਤੱਕ ਕੁਐਸਚਨ 2 ਅੰਕਾਂ ਵਾਲੇ ਹੋਣਗੇ। ਅੱਗੇ 12 ਤੋਂ 16 ਤੱਕ 3 ਅੰਕਾਂ ਵਾਲੇ, ਅਤੇ 17 ਤੋਂ 19 ਤੱਕ 3 ਪ੍ਰਸ਼ਨ ਤੁਹਾਨੂੰ 5 ਅੰਕ ਵਾਲੇ ਹੋਣਗੇ। ਅਤੇ ਹਰ ਪ੍ਰਸ਼ਨ ਦੇ ਵਿੱਚ ਅੰਦਰੂਨੀ ਛੋਟ ਹੋਏਗੀ, ਮਤਲਬ ਜਾਂ ਵਾਲੇ ਕੁਐਸਚਨ ਹੋਣਗੇ ਜਿਹੜੇ 5 ਵਾਲੇ। ਚਲੋ ਆਪਾਂ ਦੇਖਦੇ ਹਾਂ। ਫਸਟ ਚੈਪਟਰ ਦੇ ਵਿੱਚੋਂ ਕੁੱਲ
अंकों का आपां नूं 8 अंकों का पेपर आएगा। एक एक अंक वाले 3 पुछे जाएंगे तो 2 अंकों वाला 1 तो एवं 3 अंकों वाला भी 1। टोटल आपां नूं 8 नंबर का काम पहले चैप्टर के विचों आएगा। काफ़ी इंपोर्टेंट चैप्टर बेटा है। उदों अगे तेजाब खार और लूण ये आपां नूं सिर्फ 5 नंबर का काम आएगा। 3 नंबर के एक नंबर के आपां नूं 3 क्वेश्चन आउणगे तो 2 नंबर का आपां नूं 1 क्वेश्चन पूछा जाएगा। उदों अगला धातां ते अधातां इस दे विचों आपां नूं 2 क्वेश्चन जिहड़े ओह 1 नंबर के पूछे जाएंगे तो एक क्वेश्चन आपां नूं 5 नंबर का पूछा जाएगा। 5 नंबर का क्वेश्चन इस तीजे चैप्टर के विचों आपां नूं पूछा जाएगा। मतलब टोटल 7 नंबर का काम ये आएगा। उदों अगला टॉपिक अपना कार्बन और इसके यौगिक जोड़ा कि बहुत ज़्यादा कट दिता गया। ये कुल 4 नंबर का काम ही आएगा। 2 क्वेश्चन एक नंबर के आउणगे तो 1 क्वेश्चन आपां नूं 2 अंकों वाला ये पूछा जाऊगा। उदों अगला चैप्टर तत्तां दा आवर्ती वर्गीकरण ये भी 4 नंबर का एक 2 नंबर एक क्वेश्चन आपां नूं 2 नंबर का आएगा तो 2 क्वेश्चन आपां नूं 1 अंक वाले ये पूछे जाएंगे। जैविक प्रक्रियावां दे विचों 7 नंबर का 2 क्वेश्चन आपां नूं 1 नंबर के 1 क्वेश्चन 2 नंबर का तो 1 क्वेश्चन आपां नूं 3 नंबर का ये पूछा जाएगा। टोटल अपन 7 नंबर का। काबू और तालमेल अपने सिलेबस के नहीं है। जीव प्रजनन किवें करते हैं ये अपन 7 नंबर का। इस चैप्टर के विचों भी आपां नूं 1 क्वेश्चन 5 अंकों वाला ये भी पूछा जाएगा तो 2 क्वेश्चन आपां नूं 1 नंबर के होणगे। उदों बाद अनुवंशिकता तो विकास विकास अपने सिलेबस के नहीं है। सिर्फ अनुवंशिकता टॉपिक के क्वेश्चन होणगे कुल 4 अंकों वाला 4 अंकों का होएगा। ये तो 2 क्वेश्चन आ जिहड़े वो 1 नंबर के 1 क्वेश्चन 2 अंकों वाला होएगा। उदों अगला टॉपिक प्रकाश का परिवर्तन तो परिवर्तन ये कुल जोड़ा पेपर आएगा बेटा 5 नंबर का आएगा। 3 क्वेश्चन 1 नंबर के तो 1 क्वेश्चन आपां नूं 2 नंबर का पूछा जाएगा। उदों अगला मनुखी अख ते रंग बिरंगा संसार के 7 नंबर का 2 क्वेश्चन 1 नंबर के 1 क्वेश्चन 2 नंबर का तो 1 3 नंबर का ये पूछा जाएगा। बिजली चैप्टर के विचों आपां नूं 1 क्वेश्चन बड़ा 5 अंकों वाला पूछा जाएगा तो 7 नंबर का टोटल क्वेश्चन तो 1 अंकों वाले अपन 2 क्वेश्चन ये पूछे जाएंगे। उदों अगे बिजली धारा के चुंबकी प्रभाव ये 8 नंबर का कुल पेपर आएगा। 3 क्वेश्चन अपन 1 नंबर के 1 क्वेश्चन 2 नंबर का तो 1 3 नंबर का ये पूछा जाएगा। ऊर्जा के सोमे सिलेबस के नहीं है। साडा वातावरण चैप्टर के कुल 7 अंकों का 2 क्वेश्चन 1 नंबर के 1 2 नंबर का तो 1 3 नंबर का। कुदरती साधनों का प्रबंध है अपने सिलेबस के नहीं है। मतलब कुल 30 क्वेश्चन आपां नूं 1 नंबर के जोड़े बहु विकल्पी होणगे 4 ऑप्शन तुहानूं दित्तियां होणगीਆਂ तो 10 क्वेश्चन तुहानूं 2 नंबर के 5 क्वेश्चन आपां नूं 3 नंबर के तो 3 क्वेश्चन आपां नूं 5 अंक के पूछे जाएंगे। हुण आपां वड्डे क्वेश्चन देखते हैं भी किहड़े चैप्टरां दे विचों होणगे 5 अंकों वाले। धातां ते धातां चैप्टर के विचों 5 अंकों वाला क्वेश्चन 1 तुहानूं पूछा जाएगा जिहदे विच जां होएगी तुसीं करना होएगा 1 2 दे विचों। जीव प्रजनन किवें करते हैं इस चैप्टर के भी 2 क्वेश्चन पूछे जाएंगे जां होएगी 5 अंकों के 5 अंक वाला प्रश्न बड़ा क्वेश्चन जीव प्रजनन किवें करते हैं ये भी पूछा जाएगा। एक बिजली चैप्टर के विचों 5 अंकों वाला क्वेश्चन है जोड़ा वो आएगा। मतलब ये 3 चैप्टर तुसीं ध्यान नाल पढ़ लेने ने क्योंकि वड्डे क्वेश्चन इस चैप्टर के विचों तुहानूं पूछे जाएंगे। उदों अगे आपां गल करते हैं बेटा मैथ दे विचों जिहड़े टॉपिक है डिलीट कर दिते गए ने। पहला चैप्टर अपना है वास्तविक संख्यावां उहदे विचों यूक्लिड भाग लैमा यूक्लिड वंड एल्गोरिदम ये कट दी गई है। तो ये संबंधित जी अभ्यास है 1.1 अपने मैथ के उहदे विचों कोई भी क्वेश्चन आपां नूं नहीं पूछा जाएगा। ठीक है बेटा। उदों अगे बहुपद चैप्टर के विचों वास्तविक गुणांकों वाले बहुपदां दी भाग एल्गोरिदम उपर कथन अते सधारण समस्यावां ये टॉपिक है जोड़ा कट दिता गया। ये संबंधित अभ्यास है 2.3 ये अपने सिलेबस के नहीं है। ये कोई भी सवाल आपां नूं पेपर के नहीं पूछा जाएगा। ये तुसीं अपनी कापी ते नोट कर लो। पहले दे 1.1 अपने सिलेबस के नहीं है तो दूजे दे 2.3 अपने सिलेबस के नहीं है। उदों बाद ये कुछ खास नहीं कट्टिया गया। 2 चलों वाले रेखी समीकरणों के जोड़े बेटा तिरछी गुणा विधि राहीं आप समीकरण हल करनियां ने वो सिलेबस के कट दिते गए हैं। ज़्यादातर ये छोटे क्वेश्चन ही पूछे जाएंगे। बड़े क्वेश्चन जोड़े वो लगभग तुहानूं नहीं पूछे जाएंगे क्योंकि 4 अंकों वाला प्रश्न ये नहीं आऊगा। मतलब जिन्हों के हल बड़े ने वो तुसीं नहीं करने
ਛੋਟੇ ਕੁਐਸਚਨ ਇੱਕ ਨੰਬਰ ਵਾਲੇ 2 ਅੰਕਾਂ ਵਾਲੇ ਇਹਦੇ ਵਿੱਚੋਂ ਪੁੱਛੇ ਜਾਣਗੇ। 4 ਅੰਕਾਂ ਵਾਲਾ ਕੋਈ ਪ੍ਰਸ਼ਨ ਇਹਦੇ ਵਿੱਚੋਂ ਨਹੀਂ ਪੁੱਛਿਆ ਜਾਏਗਾ। ਉਦੋਂ ਅੱਗੇ ਆਪਣਾ ਹੈਗਾ 2 ਘਾਤੀ ਸਮੀਕਰਨ। ਇਹਦੇ ਵਿੱਚੋਂ ਰੋਜ਼ਾਨਾ ਜੀਵਨ ਨਾਲ ਹੋਣ ਵਾਲੀਆਂ ਕਿਰਿਆਵਾਂ ਨਾਲ ਸੰਬੰਧਿਤ ਸਮੱਸਿਆਵਾਂ ਜਿੰਨੀਆਂ ਵੀ ਨੇ ਉਹ ਕੱਟ ਦਿੱਤੀਆਂ ਜਾਣਗੀਆਂ। ਜਿਵੇਂ ਕਿ ਇਹ ਆਪਣੀ ਕਾਪੀ 'ਤੇ ਨੋਟ ਕਰ ਲਓ ਬੇਟਾ। 4.2 ਦੇ ਵਿੱਚੋਂ ਕੁਐਸਚਨ ਨੰਬਰ 6 ਆ ਜਿਹੜਾ ਉਹ ਕੱਟ ਦਿੱਤਾ ਗਿਆ। 4.3 ਦੇ ਵਿੱਚੋਂ ਕੁਐਸਚਨ ਨੰਬਰ 4 ਤੋਂ ਲੈ ਕੇ ਕੁਐਸਚਨ ਨੰਬਰ 11 ਤੱਕ ਸਾਰੇ ਆ ਜਿਹੜੇ ਉਹ ਕੱਟ ਦਿੱਤੇ ਗਏ ਨੇ। ਇਹਨਾਂ ਦੇ ਵਿੱਚ ਕੋਈ ਕੁਐਸਚਨ ਨਹੀਂ ਪੁੱਛਿਆ ਜਾਏਗਾ। ਅਭਿਆਸ 4.4 'ਚ ਕੁਐਸਚਨ ਨੰਬਰ 3 ਤੋਂ ਲੈ ਕੇ ਕੁਐਸਚਨ ਨੰਬਰ 5 ਤੱਕ, ਠੀਕ ਹੈ। ਕੁਐਸਚਨ ਨੰਬਰ 3 ਤੋਂ ਕੁਐਸਚਨ ਨੰਬਰ 5 ਤੱਕ ਇਹ ਆਪਣੇ ਸਿਲੇਬਸ ਦੇ ਵਿੱਚ ਕੋਈ ਵੀ ਕੁਐਸਚਨ ਇਹਨਾਂ ਦੇ ਵਿੱਚੋਂ ਨਹੀਂ ਹੈ। 4.2 ਦੇ ਵਿੱਚੋਂ ਕੁਐਸਚਨ ਨੰਬਰ 6 ਨਹੀਂ ਹੈ। 4.3 ਦੇ ਵਿੱਚੋਂ ਕੁਐਸਚਨ ਨੰਬਰ 4 ਤੋਂ ਲੈ ਕੇ 11 ਤੱਕ ਕੋਈ ਵੀ ਨਹੀਂ ਹੈ। ਕੁਐਸਚਨ ਨੰਬਰ ਅਭਿਆਸ 4.4 ਦੇ ਵਿੱਚੋਂ ਕੁਐਸਚਨ ਨੰਬਰ 3 ਤੋਂ ਲੈ ਕੇ ਕੁਐਸਚਨ ਨੰਬਰ 5 ਤੱਕ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਉਦੋਂ ਅੱਗੇ ਅੰਕ ਗਣਿਤਕ ਲੜੀਆਂ ਦੇ ਵਿੱਚੋਂ ਰੋਜ਼ਾਨਾ ਜੀਵਨ ਦੀਆਂ ਸਮੱਸਿਆ ਵਿੱਚ n ਪਦਾਂ ਦਾ ਜੋੜਫਲ ਪਤਾ ਕਰਨਾ, ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਮਤਲਬ ਅੰਕ ਗਣਿਤਕ ਲੜੀਆਂ ਦੀ ਅਭਿਆਸ ਜੇ ਆਪਾਂ ਦੇਖੀਏ 5.3 ਦੇ ਵਿੱਚੋਂ ਕੱਟਿਆ ਗਿਆ। 5.1 5.2 ਉਹ ਤੁਸੀਂ ਕਰਨੀਆਂ ਨੇ। 5.3 ਦੇ ਵਿੱਚੋਂ ਕੁਐਸਚਨ ਨੰਬਰ 15 ਤੋਂ ਲੈ ਕੇ 20 ਤੱਕ, ਕੁਐਸਚਨ ਨੰਬਰ 15 ਤੋਂ ਲੈ ਕੇ ਕੁਐਸਚਨ ਨੰਬਰ 20 ਤੱਕ ਆਪਣੇ ਸਿਲੇਬਸ ਦੇ ਵਿੱਚੋਂ ਕੱਟ ਦਿੱਤੇ ਗਏ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਨਹੀਂ ਪੁੱਛਿਆ। ਅਗਲਾ ਬੇਟਾ ਤਿਰਭੁਜ ਦੇ ਵਿੱਚੋਂ 2 ਥਿਓਰਮਾਂ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚੋਂ ਹਟਾ ਦਿੱਤੀਆਂ ਗਈਆਂ ਨੇ। ਪਹਿਲੀ ਹੈ ਸਮਰੂਪ ਤਿਰਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਅਨੁਸਾਰੀ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ। ਇਹ ਪੇਪਰ ਦੇ ਵਿੱਚ ਨਹੀਂ ਆਊਗੀ ਕਿਉਂਕਿ ਇਹ ਕੱਟ ਦਿੱਤੀ ਗਈ ਹੈ। ਉਦੋਂ ਅਗਲੀ, ਜੇਕਰ ਇੱਕ ਤਿਰਭੁਜ ਵਿੱਚ ਇੱਕ ਭੁਜਾ ਦਾ ਵਰਗ ਬਾਕੀ ਦੀਆਂ 2 ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਵੇ, ਪਹਿਲੀ ਭੁਜਾ ਦੇ ਸਨਮੁਖ ਬਣਿਆ ਕੋਣ ਲੰਬ ਹੁੰਦਾ ਹੈ। ਮਤਲਬ ਪਾਈਥਾਗੋਰਸ ਦਾ ਉਲਟ ਥਿਓਰਮ ਇਹ ਵੀ ਸਿਲੇਬਸ ਦੇ ਵਿੱਚ ਨਹੀਂ ਹੈ, ਕੱਟ ਦਿੱਤੀ ਗਈ ਹੈ। ਉਦੋਂ ਬਾਅਦ ਚੈਪਟਰ ਹੈ ਨਿਰਦੇਸ਼ਾਂਕ ਜਿਓਮੈਟਰੀ 7ਵਾਂ। ਇਹਦੇ ਵਿੱਚੋਂ ਤ੍ਰਿਕੋਣ ਦਾ ਖੇਤਰਫਲ ਕੱਢਣਾ ਆਪਾਂ ਨੂੰ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਏਗਾ। ਮਤਲਬ ਆਪਣੀ ਅਭਿਆਸ 7.3 ਦੇ ਵਿੱਚੋਂ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਏਗਾ। ਅਭਿਆਸ 7.3 ਹੈ ਜਿਹੜੀ ਉਹ ਕੱਟ ਦਿੱਤੀ ਗਈ ਹੈ। ਅੱਗੇ ਬੇਟਾ ਤ੍ਰਿਕੋਣਮਿਤੀ ਬਾਰੇ ਜਾਣ ਪਛਾਣ ਦੇ ਵਿੱਚੋਂ ਜਿਹੜੀ ਆਪਣੀ ਸਾਰਨੀ ਹੈ ਅਨੁਪਾਤਾਂ ਨੂੰ ਪ੍ਰਫੁੱਲਿਤ ਕਰਨਾ 0 ਤੋਂ 90 ਡਿਗਰੀ, ਉਹ ਸਾਰਨੀ ਹੈ ਜਿਹੜੀ ਉਹ ਸਿਲੇਬਸ ਦੇ ਵਿੱਚ ਨਹੀਂ ਹੈ। ਉਹਦੇ ਨਾਲ ਸੰਬੰਧਿਤ ਕੁਐਸਚਨ ਵੀ ਤੁਹਾਨੂੰ ਨਹੀਂ ਪੁੱਛੇ ਜਾਣਗੇ। ਅਗਲਾ ਹੈ ਤ੍ਰਿਕੋਣਮਿਤੀ ਦੇ ਕੁਝ ਉਪਯੋਗ। ਇਹਦੇ ਵਿੱਚੋਂ ਕੁਛ ਡਿਲੀਟ ਨਹੀਂ ਹੋਇਆ, ਇਹ ਸਾਰਾ ਚੈਪਟਰ ਤੁਸੀਂ ਕਰਨਾ ਹੈ। ਚੱਕਰ ਚੈਪਟਰ ਦੇ ਵਿੱਚੋਂ ਵੀ ਕੁਛ ਡਿਲੀਟ ਨਹੀਂ ਹੋਇਆ, ਇਹਦੇ ਵਿੱਚੋਂ ਵੀ ਤੁਸੀਂ ਸਾਰਾ ਇਹ ਕਰਨਾ ਹੈ। ਉਦੋਂ ਬਾਅਦ ਬੇਟਾ ਹੈਗਾ ਆਪਣਾ ਰਚਨਾਵਾਂ ਚੈਪਟਰ। ਇਹਦੇ ਵਿੱਚੋਂ ਤਿਰਭੁਜ ਦੇ ਸਮਰੂਪ ਹੋਰ ਤਿਰਭੁਜ ਦੀ ਰਚਨਾ ਕਰਨੀ, ਇਹ ਸਿਲੇਬਸ ਦੇ ਵਿੱਚ ਨਹੀਂ ਹੈ। ਮਤਲਬ 11.1 ਦੇ ਪਹਿਲੇ ਸਵਾਲ ਨੂੰ ਛੱਡ ਕੇ ਬਾਕੀ ਸਾਰੇ ਸਵਾਲ ਕੱਟ ਦਿੱਤੇ ਗਏ ਨੇ। 11.1 ਦਾ ਸਿਰਫ ਪਹਿਲਾ ਸਵਾਲ ਹੀ ਸਿਲੇਬਸ ਦੇ ਵਿੱਚ ਹੈ, ਬਾਕੀ ਜਿੰਨੇ ਵੀ ਹੋਰ ਸਵਾਲ ਬਚਦੇ ਨੇ 11.1 ਦੇ ਵਿੱਚ ਉਹ ਸਿਲੇਬਸ ਦੇ ਵਿੱਚ ਨਹੀਂ ਹਨ, ਉਹ ਤੁਸੀਂ ਨਹੀਂ ਕਰਨੇ। ਉਦੋਂ ਬਾਅਦ ਚੱਕਰ ਨਾਲ ਸੰਬੰਧਿਤ ਖੇਤਰਫਲ ਹੈ। ਕੇਂਦਰੀ ਕੋਣ 120 ਡਿਗਰੀ ਨਾਲ ਸੰਬੰਧਿਤ ਸਮੱਸਿਆਵਾਂ। 21 ਸਮੱਸਿਆ ਜਿਹੜੀ 120 ਡਿਗਰੀ ਕੇਂਦਰੀ ਕੋਣ ਆ ਜਿਹਦੇ ਵਿੱਚ, ਉਹ ਕਿਹੜੀ ਹੈ ਬੇਟਾ 12.2 ਦੇ ਵਿੱਚੋਂ ਅਭਿਆਸ 12.2 ਦੇ ਵਿੱਚੋਂ ਕੁਐਸਚਨ ਨੰਬਰ 7 ਹੈ ਜਿਹਦੇ ਵਿੱਚ ਆਪਾਂ ਨੂੰ ਕੇਂਦਰੀ ਕੋਣ 120 ਡਿਗਰੀ ਦਿੱਤਾ ਹੈ। ਇਹ ਸਵਾਲ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਇੱਕ ਹੀ ਹੈ। ਇਹ ਜ਼ਿਆਦਾ ਸਮੱਸਿਆਵਾਂ 120 ਡਿਗਰੀ ਕੇਂਦਰੀ ਕੋਣ ਨਾਲ ਨਹੀਂ ਹੈਗੀਆਂ, ਤਾਂ ਇਹ ਸਿਲੇਬਸ ਦੇ ਵਿੱਚ ਨਹੀਂ ਹੈ ਕੁਐਸਚਨ ਨੰਬਰ 7। ਉਦੋਂ ਅੱਗੇ ਸਤ੍ਹਾ ਦਾ ਖੇਤਰਫਲ ਅਤੇ ਆਇਤਨ। ਇਹਦੇ ਵਿੱਚ ਕੋਣ ਦੀ ਜਿਹੜੀ ਸ਼ਿਨਕ ਆ, ਸ਼ੰਕੂ ਦੀ ਸ਼ਿਨਕ, ਉਹਦੇ ਨਾਲ ਸੰਬੰਧਿਤ ਸਵਾਲ ਆ ਜਿਹੜੇ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਮਤਲਬ 13.4 ਅਭਿਆਸ ਆ ਜਿਹੜੀ, ਉਹਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਣਾ, ਇਹ ਸਿਲੇਬਸ ਦੇ ਵਿੱਚ ਨਹੀਂ ਹੈ। ਅੰਕੜਾ ਵਿਗਿਆਨ ਚੈਪਟਰ ਦੇ ਵਿੱਚੋਂ ਮੱਧਮਾਨ ਕੱਢਣ ਦੀ ਪੱਗ ਵਿਚਲਣ ਵਿਧੀ ਉਹ ਕੱਟ ਦਿੱਤੀ ਗਈ ਹੈ। 2-3 ਵਿਧੀਆਂ ਨੇ ਮੱਧਮਾਨ ਕੱਢਣ ਦੀਆਂ, ਪ੍ਰਤੱਖ ਵਿਧੀ, ਪੱਗ ਵਿਚਲਣ ਵਿਧੀ, ਠੀਕ ਹੈ ਬੇਟਾ। ਅਤੇ ਜਿਹੜੀਆਂ ਦੂਜੀਆਂ ਵਿਧੀਆਂ ਨੇ ਜ਼ਿਆਦਾਤਰ ਤੁਹਾਨੂੰ ਪੇਪਰ ਦੇ ਵਿੱਚ ਵਿਧੀ ਨਹੀਂ ਪੁੱਛੀ ਜਾਊਗੀ ਵੀ ਕਿਹੜੀ ਵਿਧੀ ਲਾ ਰਹੇ ਹੋ ਤੁਸੀਂ ਪ੍ਰਤੱਖ ਵਿਧੀ ਨਾਲ ਸਾਰੇ ਸਵਾਲ ਹੱਲ ਕਰ ਲੈਣੇ ਨੇ। ਪ੍ਰਤੱਖ ਵਿਧੀ ਤੁਸੀਂ ਕਰ ਲੈਣੀ ਆ ਮੱਧਮਾਨ ਕੱਢਣ ਦੀ। ਪੱਗ ਵਿਚਲਣ ਵਿਧੀ ਜਾਂ ਇੱਕ ਹੋਰ ਵਿਧੀ ਆਪਣੀ ਉਹ ਤੁਸੀਂ ਨਹੀਂ ਕਰਨੀ। ਇਹਦੇ ਨਾਲ ਸਵਾਲ ਕੋਈ ਵੀ ਨਹੀਂ ਕੱਟਿਆ ਗਿਆ ਸਿਲੇਬਸ ਦੇ ਵਿੱਚੋਂ। ਸੰਚਵੀਂ ਬਾਰੰਬਾਰਤਾ ਗ੍ਰਾਫ ਜਿਹਦੇ ਵਿੱਚ ਆਪਾਂ ਕਰਦੇ ਹਾਂ ਤੋਂ ਵੱਧ ਪ੍ਰਕਾਰ ਦਾ ਤੋਰਨ
ਅਤੇ ਘੱਟ ਪ੍ਰਕਾਰ ਦਾ ਤੋਰਨ। ਇਹ ਦੋਨੇ ਤੋਰਨ ਜਿਹੜੇ ਉਹ ਫਿਲਹਾਲ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਟ ਦਿੱਤੇ ਗਏ ਨੇ। ਇਹ ਤੁਸੀਂ ਨਹੀਂ ਕਰਨੇ। ਮਤਲਬ ਤੁਹਾਡੀ ਜਿਹੜੀ ਅਭਿਆਸ ਇਹਦੇ ਨਾਲ ਰਿਲੇਟਡ ਹੈਗੀ ਆ 14.4 ਉਹ ਕੱਟ ਦਿੱਤੀ ਗਈ ਆ, ਉਹ ਤੁਸੀਂ ਨਹੀਂ ਕਰਨੀ। ਇਹਦੇ ਵਿੱਚ ਤੁਸੀਂ ਤੋਰਨ ਖਿੱਚਦੇ ਹੁੰਦੇ ਸੀ, ਇਹ ਤੁਸੀਂ ਨਹੀਂ ਕਰਨਾ ਕਿਉਂਕਿ ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਅਤੇ ਸੰਭਾਵਨਾ ਚੈਪਟਰ ਦੇ ਵਿੱਚੋਂ ਕੋਈ ਵੀ ਟੋਪਿਕ ਆ ਜਿਹੜਾ ਡਿਲੀਟ ਨਹੀਂ ਹੈ। ਇਹਦੇ ਵਿੱਚੋਂ ਸਾਰੇ ਕੁਐਸਚਨ ਤੁਸੀਂ ਕਰਨੇ ਨੇ, ਇਹਦੇ ਵਿੱਚੋਂ ਪੁੱਛੇ ਜਾਣਗੇ। ਠੀਕ ਹੈ ਬੇਟਾ, ਇਹ ਸੀ ਤੁਹਾਡਾ ਸਾਇੰਸ ਅਤੇ ਮੈਥ ਦਾ ਰਿਡਿਊਸ ਸਿਲੇਬਸ ਜੋ ਤੁਸੀਂ ਕਰਨਾ ਹੈ ਜਾਂ ਜੋ ਤੁਸੀਂ ਨਹੀਂ ਕਰਨਾ। ਠੀਕ ਹੈ ਬੇਟਾ, ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਥੈਂਕ ਯੂ।